ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਰਪਾ ਕਰਕੇ ਮਾਰਗ ਦਰਸ਼ਨ ਕਰਨਾ ਬਾਬਾ ਜੀ ਕਿਆ ਹੈ। ਮਨ ਦੀ ਪਰਿਭਾਸ਼ਾ ਬਹੁਤ ਢੰਗ ਦੇ ਨਾਲ ਕੀਤੀ ਗਈ ਹੈ, ਕਿਉਂਕਿ ਮਨ ਨੂੰ ਬਹੁਤ ਪੱਖ ਤੋਂ ਦੇਖਿਆ ਜਾਂਦਾ ਹੈ ਤੇ ਕਿਹਾ ਵੀ ਜਾਂਦਾ ਹੈ। ਇੱਥੇ ਮਨ ਨੂੰ ਜੋਤ ਸਰੂਪ ਕਿਹਾ ਹੈ, ਆਪਣਾ ਮੂਲ ਪਹਿਚਾਣ। ਕਿਉਂਕਿ ਮਨ ਸੂਖਸ਼ਮ ਹੈ, ਸਰੀਰ ਸਥੂਲ ਹੈ, ਪਰ ਇੰਨਾ ਸੂਖਸ਼ਮ ਵੀ ਨਹੀਂ ਹੈ ਜਿੰਨੀ ਸੂਖਸ਼ਮ ਆਤਮਾ ਹੈ। ਕਿਉਂਕਿ ਮਨ ਖਿਆਲ ਵਿੱਚ ਆ ਜਾਂਦਾ ਹੈ, ਆਤਮਾ ਖਿਆਲ ਵਿੱਚ ਵੀ ਨਹੀਂ ਆਉਂਦੀ ਹੈ, ਸਮਝ ਵਿੱਚ ਵੀ ਨਹੀਂ ਆਉਂਦੀ ਹੈ, ਪਕੜ ਵਿੱਚ ਵੀ ਨਹੀਂ ਆਉਂਦੀ ਹੈ। ਆਤਮਾ ਕਹਿ ਲਈਏ, ਪਰਮਾਤਮਾ ਕਹਿ ਲਈਏ, ਪਰ ਮਨ ਖਿਆਲ ਵਿੱਚ ਆ ਜਾਂਦਾ ਹੈ, ਇਸ ਕਰਕੇ ਇਹਨੂੰ ਜੋਤ ਸਰੂਪ ਕਿਹਾ ਹੈ। ਉਦਾਂ ਤੇ ਆਤਮਾ ਨੂੰ ਵੀ ਕਿਤੇ ਜੋਤ ਸਰੂਪ ਕਿਹਾ ਹੈ, ਉੱਥੇ ਵੀ ਮਨ ਦੀ ਪਰਿਭਾਸ਼ਾ ਕੀਤੀ ਤੇ ਵੱਖ-ਵੱਖ ਢੰਗ ਦੇ ਨਾਲ ਸਮਝਾਉਂਦੇ ਹਨ ਪਰਮ ਪੁਰਖ, ਤੁਹਾਡੇ ਖਿਆਲ ਵਿੱਚ ਆ ਸਕੇ। ਤੇ ਜੋਤ ਜਿਵੇਂ ਜਗਦੀ ਹੈ ਤੇ ਦਿਖਾਈ ਦਿੰਦੀ, ਪਰ ਪਕੜ ਵਿੱਚ ਨਹੀਂ ਆਉਂਦੀ। ਅਗਰ ਤੁਸੀਂ ਪਕੜੋ ਤੇ ਪਕੜ ਵਿੱਚ ਨਹੀਂ ਆਉਂਦੀ ਹੈ ਜੋਤ, ਪਰ ਦਿਖਾਈ ਦਿੰਦੀ। ਏਦਾਂ ਹੀ ਮਨ ਹੈ, ਪਰ ਜੋਤ ਜਗ ਕੇ ਦੇ ਸਹਾਰੇ ਰਹੀ ਹੈ। ਜਿਹੜੀ ਊਰਜਾ ਦੇ ਨਾਲ ਜਲ ਰਹੀ ਹੈ ਜੋਤ, ਜਿਹਦੇ ਦੁਆਰਾ ਜੋਤ ਜਗ ਰਹੀ ਹੈ ਮਨ ਰੂਪੀ, ਉਹਨੂੰ ਮੂਲ ਕਿਹਾ ਹੈ। ਜਿਵੇਂ ਸੂਰਜ ਪ੍ਰਕਾਸ਼ਿਤ ਹੈ, ਜਿਹਦੇ ਦੁਆਰਾ ਪ੍ਰਕਾਸ਼ਿਤ ਹੈ ਉਹ ਹੋਵੇਗਾ ਨਾ ਮੂਲ। ਤੇ ਪਰਮਾਤਮਾ ਦੁਆਰਾ ਸਭ ਕੁਝ ਪ੍ਰਕਾਸ਼ਿਤ ਹੋ ਰਿਹਾ, ਏਦਾਂ ਹੀ ਮਨ ਪ੍ਰਕਾਸ਼ਿਤ ਹੋ ਰਿਹਾ ਹੈ। ਮਨ ਦੀ ਜੋਤ ਜਲ ਰਹੀ ਹੈ, ਜਿਹਦੇ ਦੁਆਰਾ ਜਲ ਰਹੀ ਹੈ ਉਹਨੂੰ ਕਿਹਾ ਹੈ ਮੂਲ। ਤੇ ਮੂਲ ਪਿੱਛੇ ਹੋਵੇਗਾ ਮਨ ਦੇ, ਗਹਿਰੇ ਹੋਵੇਗਾ। ਜਿਵੇਂ ਦਰਖਤ ਦੀਆਂ ਜੜ੍ਹਾਂ ਛੁਪੀਆਂ ਹੁੰਦੀਆਂ ਹਨ, ਮੂਲ ਛੁਪਿਆ ਹੁੰਦਾ ਹੈ, ਤਣਾ ਬਾਹਰ ਹੁੰਦਾ ਹੈ। ਏਦਾਂ ਹੀ ਮੂਲ ਤੇ ਗਹਿਰੇ ਹੋਵੇਗਾ ਨਾ, ਉੱਪਰ ਜੋਤ ਜਲ ਰਹੀ ਹੈ। ਪਰ ਮੂਲ ਨੂੰ ਉਹਨਾਂ ਚਿਰ ਸਿਆਣਿਆ ਨਹੀਂ ਜਾ ਸਕਦਾ ਹੈ ਜਿੰਨਾ ਚਿਰ ਜੋਤ ਦੇ ਚਾਰ ਛਪੇਰੇ ਜੋ ਆਵਰਣ ਹੈ, ਜਿਹਨੂੰ ਆਵਰਣ ਕਿਹਾ ਹੈ ਪੁਰਾਣੇ ਸ਼ਾਸਤਰਾਂ ਦੇ ਵਿੱਚ, ਪਰਦਾ ਕਿਹਾ ਹੈ, ਕਿ ਕੂੜੈ ਟੁੱਟੈ ਪਾਲ, ਕੂੜ ਦੀ ਕੰਧ ਕਿਹਾ ਹੈ, ਇਹਨੂੰ ਹੀ ਮੈਲ ਕਿਹਾ ਹੈ। ਇਹ ਨਹੀਂ ਹਟਦੀ ਹੈ ਜਿੰਨਾ ਚਿਰ, ਇਹ ਪਰਦਾ ਨਹੀਂ ਹਟਦਾ ਹੈ। ਜਿਵੇਂ ਤੁਸੀਂ ਇਉਂ ਸਮਝ ਲਵੋ ਵੀ ਲਾਲਟਨ ਜਗਦੀ ਹੈ, ਉਹਦੇ ਸੀਸੇ ਉੱਪਰ ਕਾਲਖ ਲੱਗੀ ਹੋਵੇ, ਤੇ ਜਿੰਨੀ ਜ਼ਿਆਦਾ ਕਾਲਖ ਲੱਗ ਜਾਵੇਗੀ ਸੀਸੇ ਉੱਪਰ, ਤੇ ਬਾਹਰ ਪ੍ਰਕਾਸ਼ ਨਹੀਂ ਉਹਦਾ ਜਾਵੇਗਾ। ਵਿੱਚ ਵਿੱਚ ਤੇ ਜਗਦੀ ਰਹੇਗੀ ਲਾਲਟਨ, ਪਰ ਸੀਸਾ ਬਹੁਤ ਧੁੰਦਲਾ ਹੋ ਗਿਆ, ਮੈਲ ਲੱਗ ਗਈ, ਕਾਲਖ ਲੱਗ ਗਈ। ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ, ਕਾਲਾ ਹੋ ਗਈ। ਤੇ ਪ੍ਰਕਾਸ਼ ਅੰਦਰ ਜੋਤ ਤੇ ਜਲ ਰਹੀ ਹੈ, ਪਰ ਉਹ ਬਾਹਰ ਮੈਲ ਦਾ ਪਰਦਾ ਹੈ। ਤੇ ਜਿੰਨਾ ਚਿਰ ਪਰਦਾ ਨਹੀਂ ਹਟਦਾ ਹੈ, ਮਨ ਸਾਫ਼ ਨਹੀਂ ਹੁੰਦਾ ਹੈ, ਉਹਨਾਂ ਚਿਰ ਮੂਲ ਦੀ ਸਿਆਣ ਨਹੀਂ ਹੋਵੇਗੀ। ਇਹੋ ਹੀ ਕਾਰਨ ਹੈ ਵੀ ਵਾਰ-ਵਾਰ ਮਨ ਨੂੰ ਸਾਫ਼ ਕਰਨ ਦੇ ਵਾਸਤੇ ਕਿਹਾ ਹੈ, ਪਰਦਾ ਹਟਾਉਣ ਵਾਸਤੇ ਕਿਹਾ ਹੈ, ਆਵਰਣ ਨੂੰ ਪਾਸੇ ਕਰਨ ਵਾਸਤੇ ਕਿਹਾ ਹੈ। ਬਹੁਤ ਢੰਗ ਦੇ ਨਾਲ ਕਿਹਾ ਹੈ, ਬਹੁਤ ਤਰੀਕੇ ਨਾਲ ਸਮਝਾਇਆ ਹੈ, ਇਹਦੀ ਸਫਾਈ ਕਰਨੀ। ਫਿਰ ਮੈਲ ਇਕੱਠੀ ਕਿਵੇਂ ਹੁੰਦੀ ਹੈ?
ਇਹ ਪਰਦਾ ਕਿਵੇਂ ਬਣ ਜਾਂਦਾ ਹੈ? ਮਨ ਦੀ ਜੋਤ ਦੇ ਉੱਪਰ। ਜਿਵੇਂ ਬੱਚਾ ਪੈਦਾ ਹੁੰਦਾ ਹੈ, ਉਹਦੀ ਸ਼ੁੱਧ ਜੋਤ ਜਲ ਰਹੀ ਹੈ ਤੇ ਮੂਲ ਤੇ ਉਹਦਾ ਧਿਆਨ ਲੱਗਾ ਹੋਇਆ ਹੈ। ਤੇ ਜਦੋਂ ਧਿਆਨ ਸੰਸਾਰ ਵਿੱਚ ਲੱਗ ਜਾਂਦਾ ਹੈ, ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਸੰਸਾਰ ਦੀ ਤ੍ਰਿਸ਼ਨਾ ਲੱਗੀ, ਚਾਹਤ ਪੈਦਾ ਹੋਊਗੀ ਸੰਸਾਰ ਨੂੰ ਪਾਉਣ ਦੀ, ਸੰਸਾਰ ਦੇ ਸੁੱਖ ਭੋਗਣ ਦੀ। ਤੇ ਸੰਸਾਰ ਦੇ ਵਿਚਾਰ ਚੱਲ ਪਏ। ਉਹਨਾਂ ਵਿਚਾਰਾਂ ਦੁਆਰਾ ਫਿਰ ਉਹ ਮੈਲ ਇਕੱਠੀ ਹੁੰਦੀ। ਸੰਸਾਰ ਬਾਰੇ ਸੋਚਦਾ ਹੈ, ਵਿਚਾਰਦਾ ਹੈ। ਸੋਚਣ ਵਿਚਾਰਨ ਕਰਕੇ ਉਹ ਮੈਲ ਇਕੱਠੀ ਹੁੰਦੀ ਰਹਿੰਦੀ ਹੈ, ਉਹ ਪਰਦਾ ਬਣਦਾ ਰਹਿੰਦਾ ਹੈ। ਤਸਵੀਰਾਂ ਇਕੱਠੀਆਂ ਹੋ ਜਾਂਦੀਆਂ ਹਨ ਸੰਸਾਰ ਦੀਆਂ ਬਹੁਤ, ਤੋ ਮਨ ਦੇ ਚਾਰ ਛਪੇਰੇ ਘੁੰਮ ਰਹੀਆਂ ਹਨ, ਵਿਚਾਰ ਘੁੰਮ ਰਹੇ ਹਨ ਬਹੁਤ ਸਾਰੇ। ਉਹ ਜੋਤ ਨੂੰ ਢੱਕ ਲੈਂਦੇ, ਆਵਰਣ ਪਰਦਾ ਬਣ ਜਾਂਦਾ ਹੈ। ਤੇ ਆਦਮੀ ਵਿਚਾਰ ਕਰਦਾ ਰਹਿੰਦਾ ਹੈ, ਸੋਚਦਾ ਰਹਿੰਦਾ ਹੈ, ਓਨਾ ਹੀ ਉਹ ਪਰਦਾ ਮਜ਼ਬੂਤ ਹੁੰਦਾ ਰਹਿੰਦਾ ਹੈ, ਮੋਟਾ ਹੁੰਦਾ ਰਹਿੰਦਾ। ਤੇ ਇਹ ਪਰਦਾ ਜੋ ਚਾਰ ਛਪੇਰੇ ਜੋਤ ਦੇ ਹੈ, ਇਹ ਮੈਲ ਹੈ, ਜਿੰਨਾ ਚਿਰ ਇਹ ਹਟਦੀ ਨਹੀਂ। ਫਿਰ ਦੂਸਰੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਇਹ ਮੈਲ ਇਕੱਠੀ ਬੁਰੇ ਵਿਚਾਰਾਂ ਕਰਕੇ ਵੀ ਹੁੰਦੀ ਹੈ, ਬੁਰੀ ਸੋਚ ਕਰਕੇ ਵੀ ਹੁੰਦੀ ਹੈ, ਬੁਰੇ ਖਿਆਲਾਂ ਕਰਕੇ ਵੀ ਹੁੰਦੀ ਹੈ, ਕੁਕਰਮ ਕਰਕੇ ਵੀ ਹੁੰਦੀ ਹੈ, ਬੁਰਿਆਈ ਕਰਕੇ ਵੀ ਹੁੰਦੀ ਹੈ। ਇਹ ਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਜਿੰਨੀ ਬੁਰਿਆਈ ਕਰੋਗੇ, ਬੁਰੇ ਵਿਚਾਰ ਕਰੋਗੇ, ਕੁਕਰਮ ਕਰੋਗੇ, ਪਾਪ ਕਰੋਗੇ, ਹਿੰਸਾ ਕਰੋਗੇ, ਦੁਰਾਚਾਰ ਕਰੋਗੇ, ਓਨਾ ਹੀ ਮਨ ਮਲੀਨ ਹੁੰਦਾ ਹੈ। ਇਹ ਤੇ ਧਾਰਮਿਕ ਲੋਕ ਕਹਿੰਦੇ ਹੀ ਹਨ, ਤੁਹਾਨੂੰ ਵੀ ਪਤਾ ਹੀ ਹੈ ਵੀ ਬੁਰਾ ਵਿਚਾਰ ਨਹੀਂ ਕਰਨੇ, ਬੁਰੇ ਵਿਚਾਰਾਂ ਦੇ ਨਾਲ ਕਾਲਖ ਲੱਗਦੀ। ਇਉਂ ਸਮਝ ਲਓ ਬੁਰੇ ਵਿਚਾਰਾਂ ਦੇ ਨਾਲ ਕਾਲੀ ਕਾਲਖ ਲੱਗਦੀ, ਪਰ ਸ਼ੁਭ ਵਿਚਾਰਾਂ ਕਰਕੇ ਵੀ ਕਾਲਖ ਲੱਗਦੀ ਹੈ, ਇਹ ਧਾਰਮਿਕ ਲੋਕ ਨਹੀਂ ਕਹਿੰਦੇ। ਬੁਰੇ ਵਿਚਾਰਾਂ ਕਰਕੇ ਤੇ ਲੱਗਦੀ ਹੀ ਹੈ, ਪਾਪ ਕਰਕੇ ਲੱਗਦੀ ਹੈ, ਕੁਕਰਮ ਕਰਕੇ ਲੱਗਦੀ, ਹਿੰਸਾ ਕਰਕੇ। ਇਸ ਕਰਕੇ ਧਾਰਮਿਕ ਲੋਕ ਇਹਨਾਂ ਕੰਮਾਂ ਤੋਂ ਵਿਵਰਜਿਤ ਕਰਦੇ। ਬੁਰੇ ਕਰਮ ਨਹੀਂ ਕਰਨੇ, ਬੁਰਿਆਈ ਨਹੀਂ ਕਰਨੀ, ਮਾੜਾ ਨਹੀਂ ਕਰਨਾ, ਹਿੰਸਾ ਨਹੀਂ ਕਰਨੀ ਕਿਸੇ, ਬੁਰੇ ਕਰਮ ਨਹੀਂ ਕਰਨੇ, ਸ਼ੁਭ ਕਰਮ ਕਰਨੇ। ਬੁਰੇ ਕਰਮ ਤੇ ਛੱਡਣੇ ਹੀ ਹਨ, ਪਰ ਸ਼ੁਭ ਕਰਮਾਂ ਕਰਕੇ ਵੀ ਉਹ ਮੈਲ ਲੱਗਦੀ ਹੈ। ਏਦਾਂ ਕਹਿ ਲਈਏ ਵੀ ਕਾਲੇ ਬੁਰੇ ਕਰਮਾਂ ਕਰਕੇ ਕਾਲੀ ਮੈਲ ਲੱਗਦੀ ਹੈ, ਜਿਵੇਂ ਕਾਲਾ ਹੋ ਗਿਆ ਸੀ। ਸ਼ੁਭ ਕਰਮਾਂ ਕਰਕੇ ਜਿਵੇਂ ਚਿੱਟੇ ਧੂਏ ਦੇ ਨਾਲ ਚਾਰ ਛਪੇਰੇ ਆਵਰਣ ਖਰਾ ਹੋ ਗਏ ਹੈ, ਤੇ ਚਿੱਟਾ ਧੂਆਂ ਵੀ ਮੈਲਾ ਕਰਦਾ ਹੀ ਹੈ, ਉਹਦੇ ਨਾਲ ਵੀ ਮੈਲ ਲੱਗਦੀ। ਇਹ ਧਾਰਮਿਕ ਲੋਕ ਨਹੀਂ ਦੱਸਦੇ ਹਨ। ਇਸ ਕਰਕੇ ਧਾਰਮਿਕ ਲੋਕ ਸ਼ੁਭ ਕਰਮਾਂ ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਤੇ ਸ਼ੁਭ ਕਰਮਾਂ ਕਰਕੇ ਵੀ ਇਹ ਮੈਲ ਲੱਗਦੀ ਹੈ, ਇਹ ਕੋਈ ਨਹੀਂ ਦੱਸਦਾ ਹੈ। ਤੇ ਸ਼ੁਭ ਕਰਮ ਆਦਮੀ ਨੂੰ ਕਿਹਾ ਜਾਂਦਾ ਹੈ ਕਰੋ। ਇਹ ਪਰਸਨਲ ਮੈਸੇਜ ਪਾ ਕੇ ਕਿਸੇ ਨੇ ਮੈਨੂੰ ਇਸ ਪੱਖ ਦੇ ਵਿੱਚ ਉਪਦੇਸ਼ ਵੀ ਦਿੱਤਾ ਹੈ। ਧਾਰਮਿਕ ਲੋਕ ਉਪਦੇਸ਼ ਦੇਣ ਵਿੱਚ ਢਿੱਲ ਨਹੀਂ ਕਰਦੇ ਹਨ। ਇਹ ਅਕਸਰ ਦੇਖਿਆ ਗਿਆ ਹੈ ਕਿ ਤੂੰ ਵੀ ਕੋਈ ਗੱਲ ਸੁਣ ਲੈਂਦਾ ਹੈ ਨਾ,
ਤੁਹਾਨੂੰ ਫਟਾਫਟ ਦੂਸਰੇ ਨੂੰ ਦੱਸਦਾ ਹੈ ਵੀ ਜਿਵੇਂ ਮੈਂ ਜਾਣਦਾ ਹੁੰਨਾ ਜਾਂ ਮੈਂ ਜਾਣੀ ਹੋਈ। ਅਕਸਰ ਐਸਾ ਹੁੰਦਾ ਹੈ। ਹੁਣ ਮੈਨੂੰ ਸੁਣਨ ਵਾਲੇ ਜਿਹੜੇ ਬਹੁਤ ਸਮੇਂ ਤੋਂ ਸੁਣਦੇ ਹਨ, ਪ੍ਰੇਮੀ ਜਾਂ ਸੇਵਾਦਾਰ, ਉਹਨਾਂ ਨੂੰ ਮੇਰੇ ਸ਼ਬਦ ਬਹੁਤ ਸਾਰੇ ਯਾਦ ਹੋ ਗਏ ਹਨ, ਕਿਉਂਕਿ ਸੁਣ ਰਹੇ ਹਨ, ਹੌਲੀ ਹੌਲੀ ਚੇਤੇ ਹੋ ਜਾਂਦੇ ਹਨ। ਅਗਰ ਕੋਈ ਪੁੱਛ ਲੈਂਦਾ ਹੈ ਨਾ ਤਾਂ ਉਹਦੀ ਬਿਲਕੁਲ ਤਸੱਲੀ ਕਰਾ ਦਿੰਦੇ ਹਨ ਤੇ ਇਸ ਢੰਗ ਦੇ ਨਾਲ ਦੱਸਦੇ ਹਨ ਜਿਵੇਂ ਸਾਡਾ ਗਿਆਨ ਹੁੰਦਾ ਤੇ ਅਸੀਂ ਦੱਸ ਰਹੇ ਹਾਂ, ਸਾਨੂੰ ਸਮਝ ਹੈ ਇਸ ਪੱਖ ਦੀ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਤੁਸੀਂ ਵੀ ਸੁਣ ਰਹੇ ਹੋ ਸਾਰੇ, ਖਿਆਲ ਕਰੋ ਥੋੜਾ ਜਿਹਾ। ਅਗਰ ਤੁਹਾਨੂੰ ਵੀ ਕੋਈ ਪੁੱਛ ਲੈਂਦਾ ਹੈ ਧਾਰਮਿਕ ਪ੍ਰਸ਼ਨ ਤੇ ਤੁਸੀਂ ਵੀ ਢਿੱਲ ਨਾ ਕਰਦੇ ਹੋ ਦੱਸਣ ਵਾਸਤੇ। ਕੋਈ ਵੀ ਨਹੀਂ ਕਰਦਾ ਹੈ। ਦਰਅਸਲ ਲੋਕ ਮੌਕਾ ਲੱਭਦੇ ਰਹਿੰਦੇ ਹਨ ਵੀ ਕੋਈ ਮਿਲੇ ਤੇ ਅਸੀਂ ਦੱਸੀ। ਜ਼ਿਆਦਾਤਰ ਫਿਰ ਸੁਣੀਆਂ ਸੁਣਾਈਆਂ ਗੱਲਾਂ, ਫਿਰ ਉਹਦਾ ਅਨੁਭਵ ਨਹੀਂ ਹੁੰਦਾ ਹੈ। ਫਿਰ ਖਿਆਲ ਵਿੱਚ ਰੱਖੋ, ਜਿਹੜੀਆਂ ਸੁਣੀਆਂ ਸੁਣਾਈਆਂ ਤੁਸੀਂ ਦੂਸਰਿਆਂ ਨੂੰ ਦੱਸਦੇ ਹੋ ਨਾ, ਜਿਹਦਾ ਤੁਹਾਨੂੰ ਲਾਭ ਨਹੀਂ ਹੋਇਆ ਹੈ ਤੇ ਦੂਸਰੇ ਨੂੰ ਵੀ ਨਹੀਂ ਹੁੰਦਾ। ਇਹੋ ਹੀ ਤਾਂ ਕਾਰਨ ਹੈ ਪੁਰਾਣੇ ਸਮਿਆਂ ਦੇ ਵਿੱਚ ਪੰਡਤ ਉਪਦੇਸ਼ ਦਿੰਦੇ ਸਨ ਤੇ ਐਸਾ ਨਹੀਂ ਵੀ ਜੋ ਕਬੀਰ ਜੀ ਕਹਿ ਰਹੇ ਸਨ ਵੀ ਪੰਡਤ ਵੈਸਾ ਨਹੀਂ ਕਹਿ ਰਹੇ ਸਨ। ਉਪਦੇਸ਼ ਦੇ ਸ਼ਾਸਤਰਾਂ ਚੋਂ ਹੀ ਦੇ ਰਹੇ ਸਨ, ਵੈਸੀਆਂ ਹੀ ਗੱਲਾਂ ਕਰ ਰਹੇ ਸਨ। ਪਰ ਉਹਨਾਂ ਨੂੰ ਕਿਹਾ, ਪੰਡਿਆ ਕਵਨ ਕਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਓ, ਨਾਮ ਨਾ ਜਪੋ ਅਪਾਗ। ਕਹਿੰਦੇ ਤੁਸੀਂ ਆਪ ਵੀ ਡੁੱਬੋਗੇ, ਹੋਰਾਂ ਨੂੰ ਡੁੱਬੋਗੇ। ਭਾਵ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਤੁਸੀਂ ਕਮਾਇਆ ਹੋਇਆ ਨਹੀਂ, ਤੁਹਾਡਾ ਅਨੁਭਵ ਨਹੀਂ ਹੈ। ਅਨੁਭਵ ਤੋਂ ਬਗੈਰ ਕਿਸੇ ਨੂੰ ਕੋਈ ਗੱਲ ਕਹੋਗੇ ਨਾ ਤੇ ਤੁਹਾਨੂੰ ਲਾਭ ਨਹੀਂ ਹੋਇਆ ਤੇ ਦੂਸਰੇ ਨੂੰ ਵੀ ਨਹੀਂ ਹੋਏਗਾ। ਇਹੋ ਤੇ ਮੈਂ ਅਕਸਰ ਕਹਿਣਾ ਹੁੰਨਾ ਵੀ ਧਾਰਮਿਕ ਲੋਕ ਪ੍ਰਚਾਰਕ ਜਿਹੜੇ ਹਨ ਨਾ, ਉਹ ਜੋ ਵੀ ਕਹਿੰਦੇ ਹਨ ਪੜ੍ਹ ਸੁਣ ਕੇ ਕਹਿ ਰਹੇ ਹਨ, ਵਿਚਾਰ ਕੇ ਕਹਿ ਰਹੇ ਹਨ ਤੇ ਕਿਸੇ ਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਨੂੰ ਆਪਣੇ ਜੀਵਨ 'ਚ ਕੁਝ ਉਪਲਬਧੀ ਨਹੀਂ ਹੋ ਰਹੀ। ਹੁਣ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਹਨ ਤੇ ਉਪਦੇਸ਼ ਦਿੰਦੇ ਹਨ, ਪਰ ਜੋ ਉਪਦੇਸ਼ ਦੇ ਰਹੇ ਹਨ, ਜੋ ਕਹਿ ਰਹੇ ਹਨ, ਉਹਨਾਂ ਨੇ ਆਪਣੇ ਜੀਵਨ 'ਚ ਨਹੀਂ ਕਮਾਇਆ ਹੈ। ਹੁਣ ਤੁਸੀਂ ਇਉਂ ਖਿਆਲ ਕਰੋ, ਪਿੱਛੇ ਜਿਹੇ ਇੱਥੇ ਸ਼ਿਮਲੇ ਕਿਸੇ ਦੀ ਪ੍ਰਾਪਰਟੀ ਵਿਕਦੀ ਨਹੀਂ ਸੀ ਤੇ ਆਨੰਦਪੁਰ ਸਾਹਿਬ ਤੋਂ ਪੰਜਾਂ ਪਿਆਰਿਆਂ ਨੂੰ ਸੱਦ ਕੇ ਅਰਦਾਸ ਕਰਵਾਈ ਤੇ ਪੰਜ ਪਿਆਰੇ ਏਡੀ ਦੂਰ ਅਰਦਾਸ ਕਰਨ ਵਾਸਤੇ ਆਏ ਕਿਉਂ? ਸਿਰਫ ਲੋਭ ਲਾਲਚ ਕਰਕੇ ਕੁਛ ਮਿਲੇਗਾ। ਲੋਭ ਲਹਿਰਾਤ ਨੀਜਰ ਬਾਜੇ, ਕਾਇਆ ਡੂਬੇ ਕੇਸ। ਉਹ ਲੋਭ ਕਾਦੇ ਕਰਕੇ ਹੈ ਉਹਨਾਂ ਨੂੰ? ਕਿਉਂਕਿ ਪਰਿਵਾਰ ਦੇ ਨਾਲ ਮੋਹ ਹੈ, ਪਰਿਵਾਰ ਵਾਸਤੇ ਧਨ ਚਾਹੀਦਾ ਹੈ। ਜਿੰਨੀ ਕੁ ਤਨਖਾਹ ਦਿੰਦੀ ਹੈ ਸ਼੍ਰੋਮਣੀ ਕਮੇਟੀ, ਉਹਨੇ 'ਚ ਗੁਜ਼ਾਰਾ ਨਹੀਂ ਹੁੰਦਾ ਹੈ। ਤੋ ਥਾਂ ਥਾਂ ਤੇ ਜਾ ਕੇ ਅਰਦਾਸਾਂ ਕਰਦੇ ਹਨ, ਕਿਸੇ ਦਾ ਮਕਾਨ ਨਵਾਂ ਬਣਿਆ, ਕਿਸੇ ਦੀ ਕੋਠੀ ਨਵੀਂ ਬਣੀ, ਕਿਸੇ ਦਾ ਕਾਰੋਬਾਰ ਨਹੀਂ ਚੱਲ ਰਿਹਾ ਹੈ, ਕਿਸੇ ਦਾ ਕਾਰੋਬਾਰ ਚਲਾਉਣ ਵਾਸਤੇ ਧਨ ਵਾਸਤੇ ਘੁੰਮ ਰਹੇ ਹਨ ਤੇ ਲੋਭ ਤੇ ਉਹਨਾਂ ਦੇ ਅੰਦਰ ਹੈ, ਮੋਹ ਗ੍ਰਸਤ ਹਨ ਤੇ ਉਹ ਦੂਸਰੇ ਨੂੰ ਉਪਦੇਸ਼ ਕੀ ਦੇਣਗੇ? ਅਗਰ ਦੇਣਗੇ ਵੀ ਤੇ ਕੀ ਲਾਭ ਹੋਵੇਗਾ? ਖਿਆਲ ਕਰੋ। ਤੇ ਅਕਸਰ ਜ਼ਿਆਦਾਤਰ ਧਾਰਮਿਕ ਲੋਕ ਬਾਹਰੋਂ ਸੁਣੀਆਂ ਸੁਣਾਈਆਂ ਗੱਲਾਂ ਜੋ ਤੁਸੀਂ ਸੁਣ ਲੈਂਦੇ ਹੋ, ਉਹ ਇਹ ਨਾ ਸਮਝਿਆ ਕਰੋ ਵੀ ਇਹ ਤੁਹਾਡਾ ਗਿਆਨ ਹੈ। ਖਿਆਲ ਵਿੱਚ ਰੱਖੋ, ਦਰਅਸਲ ਜ਼ਿਆਦਾ ਵਧੀਆ ਹੋਵੇਗਾ ਉਹਨਾਂ ਚਿਰ ਕਦੇ ਕਿਸੇ ਨੂੰ ਕੋਈ ਗੱਲ ਨਹੀਂ ਸਮਝਾਉਣੀ ਚਾਹੀਦੀ ਧਾਰਮਿਕ, ਜਿੰਨਾ ਚਿਰ ਤੁਹਾਨੂੰ ਅਨੁਭਵ ਨਾ ਹੋਵੇ। ਕਿਤੋਂ ਸੁਣੀਆਂ ਸੁਣਾਈਆਂ ਗੱਲਾਂ
ਅਗਰ ਕਿਸੇ ਨੂੰ ਤੁਸੀਂ ਕਹੋਗੇ ਤੁਹਾਨੂੰ ਲਾਭ ਨਹੀਂ ਹੋਇਆ, ਦੂਸਰੇ ਨੂੰ ਜ਼ਿਆਦਾ ਹਾਨੀ ਹੋ ਸਕਦੀ ਹੈ, ਖਿਆਲ ਵਿੱਚ ਰੱਖੋ। ਤੇ ਬਹੁਤਿਆਂ ਨੂੰ ਗੱਲਾਂ ਚੇਤੇ ਹੋ ਜਾਂਦੀਆਂ ਹਨ ਸੁਣ ਸੁਣ ਕੇ। ਹੁਣ ਆਪ ਤੇ ਕਮਾਇਆ ਨਹੀਂ ਹੈ, ਆਪਣਾ ਅਨੁਭਵ ਨਹੀਂ ਹੈ, ਸਿਰਫ ਸੁਣੀਆਂ ਸੁਣਾਈਆਂ ਹਨ, ਤੇ ਦੂਸਰਿਆਂ ਨੂੰ ਤੁਸੀਂ ਰਿਪੀਟ ਕਰਦੇ ਹੋ, ਸੁਣਾਉਂਦੇ ਹੋ, ਉਪਦੇਸ਼ ਦਿੰਦੇ ਹੋ। ਤੁਹਾਡੇ ਹੰਕਾਰ ਦੀ ਤ੍ਰਿਪਤੀ ਹੋ ਜਾਂਦੀ ਹੈ, ਪਰ ਦੂਸਰੇ ਨੂੰ ਨੁਕਸਾਨ ਹੋ ਸਕਦਾ ਹੈ, ਖਿਆਲ ਵਿੱਚ ਰੱਖੋ। ਉਵੇਂ ਹੀ ਆਹ ਮੈਨੂੰ ਉਪਦੇਸ਼ ਦਿੱਤਾ ਹੈ, ਉਹ ਮੈਂ ਤੁਹਾਨੂੰ ਵੀ ਸੁਣਾਉਣਾ ਹਾਂ। कोई आपके साथ क्या कर रहा है उसके कर्म हैं, आप किसी के साथ कैसा कर रहे हो यह आपके कर्म हैं। कर्मों पे ध्यान दो, सो बैंक बैलेंस की तरह अच्छे कर्म भी जोड़ने चाहिए, बाद में पछतावा नहीं होता। थले एक पंक्ति लिखी है गुरबाणी दी, जेहा बीजै सो लूणे कर्मा संदड़ा खेत। हुण देखो, ख्याल करो, ਇਹ ਕਿਹਾ ਗਿਆ ਹੈ ਵੀ ਬੈਂਕ ਬੈਲੈਂਸ ਦੀ ਤਰ੍ਹਾਂ ਕਰਮਾਂ ਨੂੰ ਇਕੱਠੇ ਕਰੋ, ਸ਼ੁਭ ਕਰਮਾਂ ਨੂੰ। ਜਿਵੇਂ ਬੈਂਕ ਦੇ ਵਿੱਚ ਤੁਸੀਂ ਪੈਸੇ ਇਕੱਠੇ ਕਰਦੇ ਹੋ ਨਾ, ਇੱਦਾਂ ਸ਼ੁਭ ਕਰਮਾਂ ਨੂੰ ਬੈਂਕ ਬੈਲੈਂਸ ਦੀ ਤਰ੍ਹਾਂ ਇਕੱਠੇ ਕਰੋ। ਹੁਣ ਖਿਆਲ ਕਰੋ ਇੱਥੇ ਵੀ ਸ਼ੁਭ ਕਰਮਾਂ ਨੂੰ ਕੌਣ ਇਕੱਠਾ ਕਰਦਾ ਹੈ? ਅਹੰਕਾਰੀ। ਵੀ ਮੈਂ ਬਹੁਤ ਸ਼ੁਭ ਕਰਮ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ। ਦੇਖੋ, ਇੰਨੇ ਭਲਾ ਕੀਤਾ ਹੈ, ਇੰਨੀ ਸੇਵਾ ਕੀਤੀ ਹੈ, ਇੰਨਾ ਦਾਨ ਦਿੱਤਾ ਹੈ, ਇੰਨਾ ਪੁੰਨ ਕੀਤਾ ਹੈ, ਸ਼ੁਭ ਕਰਮ। ਤੇ ਸ਼ੁਭ ਕਰਮਾਂ ਦੀ ਗਿਣਤੀ ਮਿਣਤੀ ਜਿਹੜਾ ਕਰ ਰਿਹਾ ਹੈ ਉਹਨੂੰ ਹੀ ਪਤਾ ਲੱਗਦਾ ਹੈ ਨਾ, ਮੇਰਾ ਇੰਨਾ ਬੈਂਕ ਬੈਲੈਂਸ ਹੋ ਗਿਆ, ਇੰਨੇ ਸ਼ੁਭ ਕਰਮ ਕਰ ਲਏ। ਲੋਕ ਦੱਸਦੇ ਵੀ ਹਨ, ਇੰਨੀ ਤੀਰਥ ਦੀ ਯਾਤਰਾ ਕਰ ਲਈ, ਇੰਨੇ ਪਾਠ ਕਰ ਲਏ, ਇੰਨੇ ਪੁੰਨ ਕਰ ਲਏ, ਇੰਨੇ ਲੋਕਾਂ ਦਾ ਭਲਾ ਕੀਤਾ, ਇੰਨਾ ਕੁਛ ਕੀਤਾ ਹੈ, ਉਹ ਬੈਂਕ ਬੈਲੈਂਸ ਬਣ ਗਿਆ। ਪਰ ਖਿਆਲ ਰੱਖਿਓ, ਬੈਂਕ ਕਈ ਵਾਰਾਂ ਡੁੱਬ ਵੀ ਜਾਂਦੀ ਹੈ, ਤੁਸੀਂ ਦੇਖਿਆ ਹੈ ਨਾ, ਤੇ ਬੈਂਕ ਬੈਲੈਂਸ ਵੀ ਜਾਂਦਾ ਲੱਗਦਾ। ਬਹੁਤ ਬੈਂਕਾਂ ਦਿਵਾਲੀਆ ਹੋ ਜਾਂਦੀਆਂ ਹਨ। ਪਿੱਛੇ ਜਿਹੇ ਅਸੀਂ ਮਹਾਰਾਸ਼ਟਰ ਦੇ ਵਿੱਚ ਸੀ, ਉੱਥੇ ਇੱਕ ਬੈਂਕ ਦੇ ਵਿੱਚ ਘੁਟਾਲਾ ਹੋ ਗਿਆ। ਤੋ ਉਸ ਬੈਂਕ ਦੇ ਵਿੱਚ ਜਿੰਨਿਆਂ ਨੇ ਵੀ ਇਹ ਪੈਸੇ ਰੱਖੇ ਸਨ, ਬੈਂਕ ਬੈਲੈਂਸ ਇਕੱਠਾ ਕੀਤਾ ਸੀ, ਉਹ ਸਾਰਿਆਂ ਦਾ ਹੀ ਮਰ ਗਿਆ। ਫਿਰ ਜ਼ਿਆਦਾਤਰ ਸਿੱਖਾਂ ਨੇ ਕੀਤਾ ਸੀ, ਕਿਉਂਕਿ ਸਿੱਖਾਂ ਦੇ ਹੀ ਬੈਂਕ ਸੀ। ਸਿੱਖ ਹੀ ਉਹਨਾਂ ਨੂੰ ਚਲਾਉਣ ਵਾਲੇ ਸਨ ਬੈਂਕ ਨੂੰ। ਤੇ ਸਿੱਖ ਵੀ ਜ਼ਿਆਦਾ ਧਾਰਮਿਕ ਹੀ ਸਨ ਉੱਥੇ, ਖਿਆਲ ਵਿੱਚ ਰੱਖਿਓ। ਜ਼ਿਆਦਾਤਰ ਗੁਰਦੁਆਰੇ ਪਾਠ ਪੂਜਾ ਕਰਨ ਵਾਲੇ। ਦੇਖੋ ਕਿੰਨਾ ਧਨ ਇਕੱਠਾ ਕਰਦੇ ਹਨ ਸਿੱਖ ਵੀ, ਤੇ ਸਿੱਖ ਹੀ ਘੁਟਾਲਾ ਕਰ ਰਹੇ ਹਨ, ਉਹ ਵੀ ਧਾਰਮਿਕ ਹੀ ਹਨ। ਕਿੰਨਾ ਲੋਭ ਲਾਲਚ। ਫਿਰ ਜਦੋਂ ਉਹ ਧਨ ਉਹਨਾਂ ਦਾ ਜਾਂਦਾ ਲੱਗਾ ਤੇ ਫਿਰ ਰੋਂਦੇ ਹਨ, ਮਾਇਆ ਗਈ ਤਬ ਰੋਵਨ ਲਗਤ। ਏਦਾਂ ਹੀ ਜਿਹੜਾ ਬੈਂਕ ਬੈਲੈਂਸ ਤੁਸੀਂ ਕਹਿ ਰਹੇ ਹੋ ਚੰਗੇ ਕਰਮਾਂ ਦਾ, ਇਹ ਵੀ ਜਾਂਦਾ ਲੱਗਦਾ ਹੈ। ਕਹਿੰਦੇ ਹਨ ਨਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ।
ਕਹਿੰਦੇ ਹਨ ਤੀਰਥ ਇਸ਼ਨਾਨ ਕੀਤੇ ਬਹੁਤ, ਪੁੰਨ ਦਾਨ ਕੀਤਾ ਬਹੁਤ, ਵਰਤ ਕੀਤੇ, ਸੇਵਾ ਕੀਤੀ, ਬਹੁਤ ਕੁਛ ਕੀਤਾ, ਪਰ ਮਨ ਮੇਂ ਧਰੇ ਗੁਮਾਨ, ਹੰਕਾਰ ਆ ਗਿਆ। ਫਿਰ ਕੀ ਹੋਇਆ? ਨਾਨਕ ਨਿਹਫਲ ਜਾਤ ਜਿਉ ਕੁੰਚਰ ਇਸ਼ਨਾਨ। ਕਹਿੰਦੇ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ ਨਾ, ਤੇ ਬਾਹਰ ਆਣ ਕੇ ਆਪਣੇ ਉੱਪਰ ਮਿੱਟੀ ਪਾ ਲੈਂਦਾ ਹੈ, ਮੈਲ ਤੇ ਦੁੱਗਣੀ ਚੜ ਗਈ। ਤੇ ਇੱਥੇ ਬੈਂਕ ਬੈਲੈਂਸ ਡੁੱਬਦਾ ਨਹੀਂ ਹੈ, ਇੱਥੇ ਹੋਰ ਵੀ ਉਲਟਾ ਕੰਮ ਹੁੰਦਾ ਹੈ, ਹੋਰ ਜ਼ਿਆਦੀ ਮੈਲ ਚੜ ਜਾਂਦੀ ਹੈ। ਹਾਥੀ ਨੇ ਹੋਰ ਉੱਤੇ ਮਿੱਟੀ ਘੱਟਾ ਪਾ ਲਿਆ, ਉਹ ਜੰਮ ਗਿਆ ਕਿਉਂਕਿ ਗਿੱਲਾ ਪਿੰਡਾ ਸੀ। ਉਹ ਤੇ ਕਰਦਾ ਹੈ ਆਪਣੇ ਸਰੀਰ ਨੂੰ ਬਚਾਉਣ ਵਾਸਤੇ, ਕਿਉਂਕਿ ਮੱਖੀਆਂ ਮੱਛਰ ਨਾ ਲੜਨ, ਇਸ ਕਰਕੇ ਉੱਪਰ ਘੱਟਾ ਮਿੱਟੀ ਪਾ ਲੈਂਦਾ। ਪਰ ਇਹ ਪ੍ਰਮਾਣ ਦੇ ਕੇ ਸਮਝਾਇਆ ਹੈ ਵੀ ਬਹੁਤ ਸਾਰੇ ਲੋਕ ਇੱਦਾਂ ਹੀ ਕਰ ਰਹੇ ਹਨ, ਬੜਾ ਪੁੰਨਦਾਨ ਕਰਦੇ, ਬੜੀ ਸੇਵਾ ਕਰਦੇ, ਲੋਕਾਂ ਦਾ ਭਲਾ ਕਰਦੇ, ਕੋਈ ਸਕੂਲ ਬਣਾ ਰਿਹਾ, ਕੋਈ ਕਾਲਜ ਬਣਾ ਰਿਹਾ, ਤੇ ਗਣਾ ਕੇ ਦੱਸਦੇ ਅਸੀਂ ਸੇਵਾ ਦੇ ਕੰਮ ਕਿੰਨੇ ਕਰ ਰਹੇ ਹਾਂ। ਕਈਆਂ ਨੇ ਸੰਸਥਾਵਾਂ ਖੋਲੀਆਂ ਹੋਈਆਂ ਤੇ ਦੱਸਦੇ ਹਨ ਅਸੀਂ ਇੰਨਾ ਕੁਛ ਕਰ ਰਹੇ ਹਾਂ। ਮਨ ਮੇਂ ਧਰੇ ਗੁਮਾਨ, ਹੰਕਾਰ ਆ ਗਿਆ। ਜਿੱਥੇ ਗਿਣਤੀਆਂ ਮਿਣਤੀਆਂ ਉੱਥੇ ਹੰਕਾਰ ਆ ਜਾਂਦਾ, ਤੇ ਹੰਕਾਰ ਆ ਗਿਆ ਤੋ ਮੈਲ ਲਈ ਨਹੀਂ, ਉਹ ਬੈਂਕ ਬੈਲੈਂਸ ਨਹੀਂ ਗਿਆ, ਹੋਰ ਮੈਲ ਚੜ ਗਈ। ਖਿਆਲ ਵਿੱਚ ਰੱਖੋ। ਤੇ ਸ਼ੁਭ ਕਰਮ ਜਿਹੜੇ ਕਰਦੇ ਹਨ ਨਾ, ਜ਼ਿਆਦਾਤਰ ਲੋਕ ਅਹੰਕਾਰੀ ਹੁੰਦੇ ਹਨ। ਕੋਈ ਵਿਰਲਾ ਹੀ ਬਚਦਾ ਹੈ ਸ਼ੁਭ ਕਰਮਾਂ ਦੇ ਹੰਕਾਰ ਤੋਂ। ਸ਼ੁਭ ਕਰਮਾਂ ਦੇ ਪਿੱਛੇ ਹੰਕਾਰ ਆ ਹੀ ਜਾਂਦਾ ਹੈ। ਇਹ ਸੁਭਾਵਿਕ ਹੈ, ਇਹਦੇ ਤੋਂ ਬਚਣਾ ਬੜਾ ਔਖਾ ਹੈ। ਤੇ ਬੈਂਕ ਬੈਲੈਂਸ ਅਗਰ ਤੁਸੀਂ ਇਕੱਠਾ ਵੀ ਕਰ ਲਿਆ, ਚਲੋ ਹੰਕਾਰ ਵੀ ਨਾ ਆਇਆ, ਤੇ ਤੁਸੀਂ ਹੌਲੀ ਹੌਲੀ ਜੋੜ ਲਿਆ, ਬਹੁਤ ਪੁੰਨ ਦਾਨ ਕੀਤਾ, ਸੇਵਾ ਕੀਤੀ, ਸ਼ੁਭ ਕਰਮ ਕੀਤੇ, ਤੇ ਸ਼ੁਭ ਕਰਮਾਂ ਦਾ ਫਲ ਕੀ ਹੈ? ਸਵਰਗ। ਅਸ਼ੁਭ ਕਰਮਾਂ ਦਾ ਫਲ ਹੈ ਨਰਕ। ਨਰਕਾਂ ਤੋਂ ਬਚ ਗਏ, ਸਵਰਗਾਂ 'ਚ ਚਲੇ ਗਏ। ਪਰ ਸਵਰਗਾਂ 'ਚ ਜਾ ਕੇ ਮੁਕਤੀ ਥੋੜ੍ਹੀ ਹੁੰਦੀ। ਜਿਹੜੇ ਸਵਰਗਾਂ 'ਚ ਬੈਠੇ ਹੋਏ ਮਨੁੱਖਾ ਦੇਹੀ ਨੂੰ ਚਾਹ ਰਹੇ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇ। ਕਹਿੰਦੇ ਉਹ ਜਿਹੜੇ ਦੇਵਤੇ ਹਨ ਨਾ ਸਵਰਗਾਂ 'ਚ ਬੈਠੇ ਹੋਏ, ਉਹ ਵਾਰ-ਵਾਰ ਪ੍ਰਾਰਥਨਾ ਕਰ ਰਹੇ ਹਨ ਪ੍ਰਮਾਤਮਾ ਨੂੰ, ਸਾਨੂੰ ਮਨੁੱਖਾ ਦੇਹੀ ਦਿਓ, ਅਸੀਂ ਅੱਕ ਗਏ ਹਾਂ ਇੱਥੇ ਬੈਠੇ ਬੈਠੇ। ਸਵਰਗ 'ਚ ਵੀ ਅੱਕ ਜਾਂਦਾ ਹੈ ਬੰਦਾ, ਸੁੱਖ ਭੋਗ ਭੋਗ ਕੇ ਵੀ ਅੱਕ ਜਾਂਦਾ ਹੈ ਬੰਦਾ। ਸਵਰਗ ਦਾ ਅਰਥ ਹੁੰਦਾ ਜਿਸ ਤਰ੍ਹਾਂ ਦਾ ਤੁਸੀਂ ਸੁੱਖ ਚਾਹੋ ਵੈਸਾ ਹੀ ਮਿਲੀ ਜਾਵੇਗਾ, ਤੇ ਕਿੰਨਾ ਕੁ ਸੁੱਖ ਭੋਗੋ। ਇਹੋ ਹੀ ਕਾਰਨ ਸੀ ਨਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੁੱਖ ਭੋਗਿਆ ਸੀ, ਰਾਜ ਮਹਿਲਾਂ ਦੇ ਵਿੱਚ ਰਹਿੰਦੇ ਸਨ, ਸਾਰੀਆਂ ਸੁੱਖ ਸੁਵਿਧਾਵਾਂ ਮੌਜੂਦ ਸੀ, ਸਾਰੇ ਭੋਗ ਮੌਜੂਦ ਸਨ, ਸਾਰੇ ਸੁੱਖ ਮੌਜੂਦ ਸਨ। ਉਹ ਵੀ ਸੁੱਖਾਂ ਤੋਂ ਅੱਕ ਗਏ ਤੇ ਰਾਜ ਮਹਿਲ ਛੱਡ ਕੇ ਜੰਗਲਾਂ ਨੂੰ ਚਲੇ ਗਏ। ਦੇਖੋ ਤੁਸੀਂ, ਸਵਰਗ ਛੱਡ ਕੇ। ਤੇ ਸਵਰਗਾਂ ਤੋਂ ਵੀ ਅੱਕ ਜਾਂਦਾ ਹੈ ਬੰਦਾ। ਫਿਰ ਉਹ ਜਦੋਂ ਮੁੱਕ ਜਾਂਦਾ ਹੈ ਬੈਂਕ ਬੈਲੈਂਸ, ਉਹ ਜੋ ਪੁੰਨਦਾਨ ਕੀਤਾ ਹੈ, ਤੁਸੀਂ ਸ਼ੁਭ ਕਰਮ ਕੀਤੇ ਹਨ, ਉਹਨਾਂ ਦਾ ਫਲ ਮੁੱਕ ਜਾਂਦਾ ਹੈ, ਤੇ ਫਿਰ ਧਰਤੀ ਤੇ ਆਓ ਤੇ ਫਿਰ ਸ਼ੁਭ ਕਰਮ ਕਰਨੇ ਪੈਣਗੇ। ਤੇ ਜ਼ਰੂਰੀ ਨਹੀਂ ਹੈ ਫਿਰ ਸ਼ੁਭ ਕਰਮ ਹੋਣ, ਹੋ ਸਕਦਾ ਇਹੋ ਜਿਹੀ ਸਥਿਤੀ 'ਚ ਪੈਦਾ ਹੋ ਜਾਏ, ਇਹੋ ਜਿਹੀ ਜਗ੍ਹਾ 'ਚ ਪੈਦਾ ਹੋ ਸ਼ੁਭ ਕਰਮ ਹੀ ਨਾ ਹੋ, ਤੇ ਛੁਟਕਾਰਾ ਨਹੀਂ ਹੁੰਦਾ। ਸ਼ੁਭ ਕਰਮਾਂ ਕਰਕੇ ਛੁਟਕਾਰਾ ਨਹੀਂ ਹੁੰਦਾ ਹੈ। ਖਿਆਲ ਵਿੱਚ ਰੱਖੋ। ਪਹਿਲੀ ਗੱਲ ਤੇ ਸ਼ੁਭ ਕਰਮਾਂ ਦਾ ਹੰਕਾਰ ਬੜੇਗਾ, ਮੈਲ ਦੁੱਗਣੀ ਚੜ੍ਹਦੀ। ਐਸੇ ਬਹੁਤ ਧਾਰਮਿਕ ਲੋਕ ਜਿਹੜੇ ਬਹੁਤ ਸ਼ੁਭ ਕਰਮ ਕਰ ਰਹੇ ਹਨ ਤੇ ਨਾਲ ਨਾਲ ਉਹ ਪ੍ਰਸ਼ੰਸਾ ਵੀ ਇਕੱਤਰ ਕਰਦੇ ਹਨ, ਵਡਿਆਈ ਵੀ ਚਾਹੁੰਦੇ ਹਨ। ਜਿਹੜਾ ਪ੍ਰਸ਼ੰਸਾ ਇਕੱਤਰ ਕਰ ਰਿਹਾ ਹੈ, ਵਡਿਆਈ ਚਾਹੁੰਦਾ ਹੈ, ਪ੍ਰਭੁਤਾ ਚਾਹੁੰਦਾ, ਮਾਣ ਚਾਹੁੰਦਾ, ਸਨਮਾਨ ਹੋਵੇ ਮੇਰਾ, ਮੈਂ ਇੰਨੀ ਸੇਵਾ ਕਰ ਰਿਹਾ, ਤੇ ਉਹ ਤੇ ਹੰਕਾਰ ਇਕੱਠਾ ਕਰ ਰਿਹਾ ਹੈ, ਉਹਦੀ ਤੇ ਮੈਲ ਚੜ ਰਹੀ ਹੈ। ਤੋ ਤਾਂ ਸਵਰਗਾਂ 'ਚ ਕਿੱਥੇ ਜਾਊਗਾ? ਨਰਕਾਂ 'ਚ ਜਾਊਗਾ। ਸ਼ੁਭ ਕਰਮ ਕਰਕੇ ਵੀ ਅਗਰ ਮੈਲ ਚੜ ਗਈ ਤੇ ਹੰਕਾਰੀ ਹੋ ਗਿਆ। ਹੰਕਾਰ ਨਾਲ ਮੈਲ ਚੜ੍ਹਦੀ ਹੈ ਤੇ ਉਲਟਾ ਕੰਮ ਹੋ ਜੂ।
ਤੇ ਛੁਟਕਾਰਾ ਨਹੀਂ ਹੁੰਦਾ। ਦਰਅਸਲ ਅਸ਼ੁਭ ਕਰਮਾਂ ਤੋਂ ਤੇ ਮੁਕਤ ਹੋਣਾ ਹੈ, ਸ਼ੁਭ ਕਰਮਾਂ ਤੋਂ ਵੀ ਪਾਰ ਜਾਣਾ ਹੈ। ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਸਵਰਗ ਨਰਕ, ਬੁਰੇ ਕਰਮਾਂ ਤੋਂ ਸ਼ੁਭ ਕਰਮਾਂ ਤੋਂ ਵੀ ਪਾਰ ਜਾਣਾ ਹੈ। ਪਹਿਲਾਂ ਅਸ਼ੁਭ ਕਰਮ ਛੱਡਣੇ ਹਨ, ਕਿਉਂਕਿ ਇਹਦਾ ਕਰਕੇ ਜ਼ਿਆਦਾ ਮਲੀਨ ਹੁੰਦਾ ਹੈ ਮਨ। ਜੈਸਾ ਬੀਜੈ ਸੋ ਲੂਣੇ ਕਰਮਾਂ ਸੰਦੜਾ ਖੇਤ। ਇਹ ਤੇ ਗੱਲ ਠੀਕ ਹੈ, ਜਿਹੋ ਜਿਹਾ ਤੁਸੀਂ ਕਰਮ ਕਰੋਗੇ ਕਿਸੇ ਨਾਲ ਤੇ ਵੈਸਾ ਹੀ ਜਵਾਬ ਆਵੇਗਾ। ਅਗਰ ਕਿਸੇ ਨੂੰ ਗਾਲ ਕੱਢੋਗੇ ਅਗਲਾ ਵੀ ਕੱਢੇਗਾ ਹੀ, ਬੁਰਾ ਕਰੋਗੇ ਤੇ ਬੁਰਾਈ ਆਵੇਗੀ। ਇਹ ਤੇ ਗੱਲ ਠੀਕ ਹੈ ਕਿ ਜੈਸਾ ਕਰੋਗੇ ਵੈਸਾ ਹੀ ਤੁਸੀਂ ਵੱਡੋਗੇ। ਤੇ ਬੁਰੇ ਕਰਮਾਂ ਤੋਂ ਹਟਣਾ ਹੈ ਪਹਿਲਾਂ, ਸ਼ੁਭ ਕਰਮ ਕਰਨੇ। ਸ਼ੁਭ ਕਰਮਾਂ ਕਰਕੇ ਤੁਹਾਡਾ ਮਨ ਸ਼ਾਂਤ ਹੋਵੇਗਾ, ਸੇਵਾ ਕਰਕੇ, ਦਇਆ ਭਾਵਨਾ ਕਰਕੇ, ਕਿਸੇ ਦਾ ਭਲਾ ਕਰਕੇ। ਪਰ ਸ਼ੁਭ ਕਰਮਾਂ ਤੋਂ ਪਾਰ ਕਿਵੇਂ ਜਾਇਆ ਜਾ ਸਕਦਾ ਹੈ? ਕਰਤਾ ਭਾਵ ਨੂੰ ਤਿਆਗ ਕੇ। ਬੈਂਕ ਬੈਲੈਂਸ ਇਕੱਠਾ ਨਹੀਂ ਕਰਨਾ, ਸ਼ੁਭ ਕਰਮਾਂ ਨੂੰ ਇਕੱਠੇ ਨਹੀਂ ਕਰਨਾ ਹੈ। ਸ਼ੁਭ ਕਰਮ ਪਰਮਾਤਮਾ ਦੁਆਰਾ ਹੋ ਰਹੇ ਹਨ, ਮੈਂ ਨਹੀਂ ਕਰ ਰਿਹਾ ਜਾਂ ਮੈਂ ਨਹੀਂ ਕਰ ਰਹੀ। ਖਿਆਲ ਵਿੱਚ ਰੱਖੋ, ਕਰਤਾਪਨ ਨੂੰ ਛੱਡਣਾ ਹੈ ਤਾਂ ਤੁਸੀਂ ਸ਼ੁਭ ਕਰਮਾਂ ਤੋਂ ਪਾਰ ਜਾਓ। ਜਿਹਨੂੰ ਕਿਹਾ ਹੈ ਹੁਕਮ ਮਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉਹਦੀ ਰਜਾ ਦੁਆਰਾ ਹੋ ਰਿਹਾ। ਐਸਾ ਭਾਵ ਹੋਊਗਾ ਤਾਂ ਤੁਹਾਡਾ ਆਵਰਣ ਉਹ ਪੜਦਾ ਕਿ ਕੂੜਾ ਟੁੱਟੇ ਪਾਲ। ਉਹ ਪਾਲ ਜਿਹੜੀ ਹੈ ਨਾ, ਕਿਵੇਂ ਟੁੱਟਦੀ ਹੈ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ, ਵੀ ਉਹਦੇ ਪ੍ਰਮਾਤਮਾ ਦੁਆਰਾ ਹੋ ਰਹੇ ਹਨ। ਪ੍ਰਮਾਤਮਾ ਨੇ ਸਮਰੱਥਾ ਬਖਸ਼ੀ ਹੈ, ਉਹਦੀ ਕਿਰਪਾ ਦੁਆਰਾ ਇਹ ਸ਼ੁਭ ਕਰਮ ਹੋ ਰਹੇ ਹਨ, ਉਹ ਕਰਵਾ ਰਿਹਾ ਹੈ। ਕਰਤਾ ਭਾਵ ਨੂੰ ਛੱਡਣਾ ਹੈ, ਮੈਂ ਭਾਵ ਨੂੰ ਛੱਡਣਾ ਹੈ, ਤਾਂ ਤੁਸੀਂ ਸ਼ੁਭ ਕਰਮਾਂ ਤੋਂ ਪਾਰ ਜਾਓ। ਨਰਕ ਤੋਂ ਤੇ ਛੁੱਟਣਾ ਹੀ ਹੈ, ਸਵਰਗ ਤੋਂ ਵੀ ਪਾਰ ਜਾਣਾ ਹੈ। ਦੁੱਖ ਤੋਂ ਤੇ ਛੁਟਕਾਰਾ ਚਾਹੀਦਾ ਹੈ, ਸੁੱਖ ਤੋਂ ਵੀ। ਆਨੰਦ ਤੋਂ ਕੋਈ ਅੱਕਦਾ ਨਹੀਂ ਹੈ, ਖਿਆਲ ਵਿੱਚ ਰੱਖੋ। ਸੁੱਖ ਤੋਂ ਵੀ ਅੱਕ ਜਾਂਦਾ ਹੈ ਆਦਮੀ, ਜਿੰਨਾ ਮਰਜ਼ੀ ਸੁੱਖ ਹੋਵੇ, ਪਰ ਆਨੰਦ ਤੋਂ ਨਹੀਂ, ਕਿਉਂਕਿ ਆਨੰਦ ਮਨ ਤੋਂ ਪਾਰ ਹੈ। ਉੱਥੇ ਪੂਰਨ ਸਥਿਰਤਾ ਹੈ, ਉਹ ਨਾ ਸੁੱਖ ਹੈ ਨਾ ਦੁੱਖ ਹੈ। ਤੇ ਸ਼ੁਭ ਕਰਮ ਖਿਆਲ ਵਿੱਚ ਰੱਖੋ। ਫਿਰ ਅਸ਼ੁਭ ਕਰਮ ਪਹਿਲਾਂ ਛੱਡਣੇ ਹੀ ਹਨ। ਕਿਸੇ ਦਾ ਬੁਰਾ ਨਹੀਂ ਕਰਨਾ, ਬੁਰਾ ਸੋਚਣਾ ਨਹੀਂ, ਬੁਰਾਈ ਕਰਨੀ ਨਹੀਂ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਨੂੰ ਬੁਰੇ ਢੰਗ ਨਾਲ ਦੇਖਣਾ ਨਹੀਂ। ਬੁਰਾਈ ਤੇ ਛੱਡਣੀ ਛੱਡਣੀ ਹੈ। ਫਿਰ ਜਿਹੜੇ ਸ਼ੁਭ ਕਰਮ ਹਨ ਨਾ, ਉਹਨਾਂ ਨੂੰ ਕਤਰ ਨਹੀਂ ਕਰਨਾ ਵੀ ਮੈਂ ਕਰ ਰਿਹਾ ਹਾਂ ਜਾਂ ਮੈਂ ਕਰ ਰਹੀ ਹਾਂ, ਵੀ ਇਕੱਠੇ ਕਰ ਲਓ। ਇਕੱਠੇ ਕਰੋਗੇ ਫਿਰ ਤੁਸੀਂ ਫਸੋਗੇ, ਹੰਕਾਰ ਬਣੂਗਾ ਤੇ ਮੈਲ ਜ਼ਿਆਦਾ ਇਕੱਠੀ ਹੋ ਜਾਊਗੀ। ਇਕੱਠੇ ਕਰੋਗੇ ਤੇ ਹੰਕਾਰ ਬਣੇਗਾ ਹੀ ਨਾ। ਇੰਨੇ ਪਾਠ ਕਰ ਲਏ, ਇੰਨੇ ਤੀਰਥ ਕਈ ਗਣਾਉਂਦੇ ਵੀ ਹਨ, ਇੰਨੀਆਂ ਮਾਲਾ ਫੇਰ ਲਈਆਂ, ਇੰਨਾ ਜਪ ਤਪ ਮੈਂ ਕਰਦਾ, ਇੰਨੇ ਵਜੇ ਉੱਠਦਾ, ਇਸ਼ਨਾਨ ਕਰਕੇ ਪਾਠ ਕਰਦਾ। ਹੈ ਕੋਈ? ਬਹੁਤ ਲੋਕ ਗਣਾਉਂਦੇ ਹਨ ਸ਼ੁਭ ਕਰਮਾਂ ਨੂੰ, ਉਹ ਤੇ ਉਹ ਹੰਕਾਰੀ ਹਨ। ਉਹ ਤੇ ਉਹ ਸ਼ੁਭ ਹੋ ਰਿਹਾ ਹੈ, ਸ਼ੁਭ ਥੋੜ੍ਹੀ ਹੋ ਰਿਹਾ। ਤੇ ਸ਼ੁਭ ਕਰਮਾਂ ਤੋਂ ਪਾਰ ਜਾਣਾ ਹੈ, ਕਰਤਾ ਭਾਵ ਨੂੰ ਤਿਆਗ ਕੇ, ਵੀ ਮੈਂ ਨਹੀਂ ਕਰ ਰਿਹਾ, ਪਰਮਾਤਮਾ ਦੁਆਰਾ ਹੋ ਰਿਹਾ। ਤੇ ਜਿਹੜਾ ਸ਼ੁਭ ਕਰਮਾਂ ਤੋਂ ਵੀ ਪਾਰ ਚਲੇ ਜਾਂਦਾ ਹੈ ਨਾ, ਉਹ ਨਿਸ਼ਕਾਮ ਹੋ ਜਾਂਦਾ ਹੈ। ਕਰਮ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਉਹ ਕਰਮ ਕਰਦਾ ਹੈ ਪਰ ਉਹ ਨਿਸ਼ਕਾਮ ਹੋ ਜਾਂਦਾ ਹੈ, ਉਹਦੀ ਕੋਈ ਵੀ ਕਾਮਨਾ ਨਹੀਂ ਹੁੰਦੀ। ਜਿਹਦੀ ਕੋਈ ਵੀ ਕਾਮਨਾ ਨਹੀਂ ਹੁੰਦੀ, ਚਾਹਤ ਤੋਂ ਪਾਰ ਚਲੇ ਗਿਆ, ਉਹਦੇ ਕੋਲ ਪ੍ਰਮਾਤਮਾ ਸ਼ੁਭ ਕਰੇ ਜਾਂ ਸ਼ੁਭ ਕਰਾਵੇ, ਉਹ ਫਿਰ ਕਰਮਾਂ ਤੋਂ ਮੁਕਤ ਹੋ ਜਾਂਦਾ ਹੈ। ਜਾਗਰਤ ਪੁਰਸ਼ ਨੂੰ ਕੋਈ ਵੀ ਕਰਮ ਪਕੜਦਾ ਨਹੀਂ। ਜਿਵੇਂ ਛੋਟਾ ਬੱਚਾ ਹੈ, ਉਹ ਸ਼ੁਭ ਕਰੇ ਜਾਂ ਅਸ਼ੁਭ ਕਰੇ, ਉਹਦੇ ਮਨ ਤੇ ਲੇਪ ਨਹੀਂ ਹੁੰਦਾ ਹੈ, ਕਿਉਂਕਿ ਉਹ ਕਰਮਾਂ ਨੂੰ ਪਕੜ ਨਹੀਂ ਰਿਹਾ, ਨਾ ਅਸ਼ੁਭ ਨੂੰ ਪਕੜ ਰਿਹਾ ਹੈ ਵੀ ਮੈਂ ਮਾੜਾ ਕੀਤਾ, ਨਾ ਚੰਗੇ ਨੂੰ ਪਕੜ ਰਿਹਾ ਮੈਂ ਚੰਗਾ ਕੀਤਾ। ਇੱਦਾਂ ਹੀ ਗਿਆਨਵਾਨ ਪੁਰਸ਼ ਹੈ, ਨਾ ਅਸ਼ੁਭ ਨੂੰ ਪਕੜਦਾ ਹੈ, ਬੁਰੇ ਨੂੰ ਪਕੜਦਾ ਹੈ, ਨਾ ਚੰਗੇ ਨੂੰ ਪਕੜਦਾ ਹੈ ਵੀ ਮੈਂ ਕਰ ਰਿਹਾ। ਇਸ ਕਰਕੇ ਉਹ ਕਰਮਾਂ ਤੋਂ ਮੁਕਤ ਹੋ ਜਾਂਦਾ ਹੈ। ਜਿਹੜਾ ਕਰਮਾਂ ਤੋਂ ਮੁਕਤ ਹੋ ਗਿਆ, ਉਹ ਸਦਾ ਵਾਸਤੇ ਮੁਕਤ ਹੋ ਗਿਆ, ਉਹਨੂੰ ਸੁਆਮੀ ਦੀ ਪ੍ਰਾਪਤੀ ਹੋ ਗਈ। ਕਰਮ ਕਰਤ ਹੋਏ ਨਿਹਕਾਮੀ, ਨਿਸ਼ਕਾਮ ਹੋ। ਨਿਸ਼ਕਾਮ ਦਾ ਭਾਵ ਕਿ ਕੋਈ ਚਾਹਤ ਨਹੀਂ ਰਹੀ।
ਕਰਤਾ ਭਾਵ ਨਾ ਰਿਹਾ, ਫਿਰ ਨਿਸ਼ਕਾਮ ਹੋ ਗਏ। ਨਿਸ਼ਕਾਮ ਉਦਾਂ ਨਹੀਂ ਹੋ ਗਏ। ਕਈ ਕਹਿੰਦੇ ਹੈ ਨਿਸ਼ਕਾਮ ਸੇਵਾ ਕਰ ਰਹੇ ਹਾਂ, ਤੇ ਨਿਸ਼ਕਾਮ ਦੇ ਪਿੱਛੇ ਵੀ ਕਾਮਨਾ ਹੁੰਦੀ ਹੈ, ਉਹ ਕਾਮਨਾ ਹੁੰਦੀ ਹੈ ਨਿਸ਼ਕਾਮ ਹੋਣ ਦੀ। ਨਹੀਂ, ਕਰਤਾ ਭਾਵ ਦਾ ਤਿਆਗ ਕਰਨਾ। ਤੇ ਸ਼ੁਭ ਕਰਮਾਂ ਨਾਲ ਵੀ ਮੈਲ ਕੱਤਰ ਹੁੰਦੀ ਹੈ, ਖਿਆਲ ਵਿੱਚ ਰੱਖੋ। ਉਹ ਆਵਰਣ ਜਿਹੜਾ ਪੜਦਾ ਤੁਹਾਡਾ ਮੈਲਾ ਹੁੰਦਾ ਹੈ। ਤੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਮਨ ਤੇ ਜੋਤ ਸਰੂਪ ਹੈ, ਉਹਦੇ ਚਾਰ ਛਪੇਰੇ ਜਿਹੜਾ ਪੜਦਾ ਹੈ ਆਵਰਣ ਹੈ, ਝੂਠਾ ਪੜਦਾ, ਵਿਚਾਰਾਂ ਦਾ, ਕਾਮਨਾਵਾਂ ਦਾ, ਵਾਸ਼ਨਾਵਾਂ ਦਾ, ਚਾਹਤਾਂ ਦਾ ਇਕੱਠਾ ਹੋ ਗਈ, ਮੈਲ ਇਕੱਠੀ ਹੋ ਗਈ। ਸੰਸਾਰ ਨੂੰ ਸੋਚ ਸੋਚ ਕੇ ਤੁਸੀਂ ਉਹ ਸ਼ੀਸ਼ੇ ਨੂੰ ਧੁੰਦਲਾ ਕਰ ਲਿਆ, ਮੈਲਾ ਕਰ ਲਿਆ। ਉਹਨੂੰ ਸਾਫ਼ ਕਰਨਾ ਹੈ। ਤੇ ਸਾਫ਼ ਕਿਵੇਂ ਹੋਵੇਗਾ? ਉਹ ਹੀ ਰੋਜ਼ ਦੱਸਿਆ ਜਾਂਦਾ ਹੈ। ਬਹੁਤ ਢੰਗ ਦੇ ਨਾਲ ਹੁੰਦਾ ਹੈ, ਬਹੁਤ ਤਰੀਕੇ ਦੇ ਨਾਲ ਹੁੰਦਾ ਹੈ। ਕਰਤਾਪਨ ਦਾ ਤਿਆਗ ਕਰੋਗੇ ਤਾਂ ਵੀ ਹੋਵੇਗਾ। ਵਿਚਾਰਾਂ ਤੋਂ ਮੁਕਤ ਹੋ ਜਾਵੋਗੇ ਤੇ ਹੌਲੀ 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 ਉਹ ਆਵਰਣ, ਉਹ ਸ਼ੀਸ਼ਾ ਸਾਫ਼ ਹੁੰਦਾ ਰਹੇਗਾ। ਤੇ ਜਦੋਂ ਸਾਫ਼ ਹੋ ਗਿਆ, ਬਿਲਕੁਲ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਸਵੱਛ ਹੋ ਗਿਆ, ਫਿਰ ਉਸ ਮੂਲ ਦਾ ਪਤਾ ਲੱਗਦਾ ਹੈ ਜਿਹੜਾ ਮੂਲ ਦੀ ਗੁਰੂ ਸਾਹਿਬ ਜੀ ਗੱਲ ਕਰ ਰਹੇ ਹਨ। ਜਦੋਂ ਖਾਲਸ ਹੋ ਗਿਆ, ਖਾਲਸ ਦਾ ਭਾਵ ਹੀ ਹੁੰਦਾ ਸ਼ੁੱਧ ਹੋ ਗਿਆ, ਬਿਲਕੁਲ ਸਵੱਛ, ਪਤਾ ਵੀ ਨਹੀਂ ਲੱਗਦਾ ਸੀਸਾ ਹੈ ਕਿ ਨਹੀਂ ਹੈ। ਜਿਵੇਂ ਕਈ ਵਾਰ ਸ਼ੁੱਧ ਸੀਸਾ ਹੋਵੇ ਨਾ ਲੱਗਾ ਹੋਇਆ, ਤੇ ਤੁਸੀਂ ਟਕਰਾ ਜਾਂਦੇ ਹੋ, ਪਤਾ ਹੀ ਨਹੀਂ ਸੀਸਾ ਹੈ ਕਿ ਨਹੀਂ। ਜਦੋਂ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਵੈਸਾ ਹੀ ਹੁੰਦਾ ਹੈ ਸ਼ੀਸ਼ੇ ਦੀ ਨਿਆਈ। ਇਸ ਕਰਕੇ ਉਹ ਆਤਮਾ ਨੂੰ ਵੀ ਸ਼ੀਸ਼ੇ ਦੀ ਨਿਆਈ ਕਿਹਾ ਹੈ। ਵੀ ਬਿਲਕੁਲ ਸਾਫ਼ ਜਦੋਂ ਸ਼ੀਸ਼ਾ ਹੋ ਜਾਂਦਾ ਹੈ, ਉਦੋਂ ਉਹ ਹੀ ਝਲਕਦਾ ਹੈ ਜੋ ਹੈ ਵਾਸਤਵਿਕ ਦੇ ਵਿੱਚ ਸ਼ੁੱਧ। ਫਿਰ ਉਸ ਮੂਲ ਦਾ ਪਤਾ ਲੱਗਦਾ ਹੈ ਵੀ ਮੂਲ ਤੇ ਆਹ ਹੈ। ਤੇ ਮਨ ਨੂੰ ਇੱਥੇ ਜੋਤ ਸਰੂਪ ਕਿਹਾ ਹੈ। ਕਿਤੇ ਮਨ ਨੂੰ ਕਿਹਾ, ਮਨ ਇਹ ਉਲਟ ਸਨਾਤਨ ਪਿਆ। ਮਨ ਨੂੰ ਬਹੁਤ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ, ਖਿਆਲ ਵਿੱਚ ਰੱਖੋ। ਵੱਖ ਵੱਖ ਢੰਗ ਦੇ ਨਾਲ ਸਮਝਾਇਆ ਜਾਂਦਾ ਹੈ, ਵੱਖ ਵੱਖ ਤਰੀਕੇ ਦੇ ਨਾਲ ਸਮਝਾਇਆ ਜਾਂਦਾ ਹੈ। ਕਿਸੇ ਨੂੰ ਕਿਸੇ ਢੰਗ ਦੇ ਨਾਲ ਸਮਝ ਆਉਂਦੀ ਹੈ, ਕਿਸੇ ਨੂੰ ਕਿਸੇ ਢੰਗ ਨਾਲ ਸਮਝ ਆਉਂਦੀ ਹੈ। ਖਿਆਲ ਵਿੱਚ ਤੁਹਾਡੇ ਆ ਸਕੇ ਵੀ ਇਸ ਮੂਲ ਨੂੰ ਸਿਆਣਿਆ ਕਿਉਂ ਨਹੀਂ ਜਾ ਰਿਹਾ ਹੈ। ਤੇ ਮੂਲ ਨੂੰ ਸਿਆਣਨਾ ਹੈ ਤੇ ਸ਼ੀਸ਼ੇ ਨੂੰ ਸਾਫ਼ ਕਰੋ। ਜੋਤ ਤੇ ਜਗ ਰਹੀ ਹੈ, ਸੰਮੇ ਜੋਤ ਜੋਤ ਹੈ ਸੋਏ। ਸਾਰਿਆਂ ਦੇ ਵਿੱਚ ਜੋਤ ਜਗ ਰਹੀ ਹੈ, ਤਿਸਦੇ ਚਾਨਣ ਸੰਮੇ ਚਾਨਣ ਹੋਏ। ਪਰ ਪ੍ਰਕਾਸ਼ ਇੱਕੋ ਤੋਂ ਹੀ ਆ ਰਿਹਾ ਹੈ, ਜਿਹੜੀ ਜੋਤ ਦੇ ਵਿੱਚ ਜਗ ਰਿਹਾ ਹੈ। ਜੋਤਾਂ ਵੱਖ ਵੱਖ ਹਨ, ਹਰ ਸਰੀਰ ਦੇ ਵਿੱਚ ਜੋਤ ਵੱਖ ਹੈ, ਪਰ ਜਿਹਦੇ ਦੁਆਰਾ ਜਗ ਰਹੀ ਹੈ ਉਹ ਇੱਕ ਹੈ। ਪਰਮਾਤਮਾ ਇੱਕ ਹੈ। ਮਨ ਰੂਪੀ ਜੋਤਾਂ ਸਾਰਿਆਂ ਦੇ ਵਿੱਚ ਵੱਖ ਵੱਖ ਹਨ, ਤੇ ਸਾਰਿਆਂ ਦੇ ਉੱਪਰ ਪਰਦਾ ਵੀ ਵੱਖ ਵੱਖ ਹੈ। ਇਸ ਕਰਕੇ ਸੰਸਾਰ ਵੀ ਵੱਖ ਵੱਖ ਪ੍ਰਤੀਤ ਹੁੰਦਾ ਹੈ ਤੁਹਾਨੂੰ। ਇੱਕੋ ਜਿਹਾ ਸੰਸਾਰ ਥੋੜ੍ਹੀ ਹੈ ਸਾਰਿਆਂ ਵਾਸਤੇ। ਭਾਵੇਂ ਤੁਸੀਂ ਘਰ ਇੱਕੋ ਦੇ ਵਿੱਚ ਹੀ ਰਹਿ ਰਹੇ ਹੋ, ਬੱਚਾ ਹੋਰ ਢੰਗ ਨਾਲ ਦੇਖਦਾ ਹੈ ਸੰਸਾਰ ਨੂੰ, ਬਜ਼ੁਰਗ ਹੋਰ ਢੰਗ ਨਾਲ ਦੇਖ ਰਿਹਾ ਹੈ, ਪਤੀ ਹੋਰ ਢੰਗ ਨਾਲ, ਪਤਨੀ ਹੋਰ ਢੰਗ ਨਾਲ, ਕਿਉਂਕਿ ਆਵਰਣ ਸਾਰਿਆਂ ਦੇ ਵੱਖ ਵੱਖ ਹੈ। ਜਿਵੇਂ ਕਹਿ ਲਈਏ ਕਿਸੇ ਦੇ ਹਰਾ ਸ਼ੀਸ਼ਾ ਲੱਗਾ ਹੋਇਆ, ਕਿਸੇ ਦੇ ਨੀਲਾ, ਕਿਸੇ ਦੇ ਕਾਲਾ। ਕੋਈ ਵਾਸ਼ਨਾਗ੍ਰਸਤ ਹੈ, ਉਹਨੂੰ ਇਸਤਰੀਆਂ ਦਿਖਾਈ ਦੇ ਰਹੀਆਂ, ਬਾਜ਼ਾਰ 'ਚ ਜਾ ਰਿਹਾ। ਕਿਸੇ ਨੂੰ ਭੁੱਖ ਲੱਗੀ ਹੈ, ਉਹਨੂੰ ਭੋਜਨ ਦਿਖਾਈ ਦੇ ਰਿਹਾ। ਕਿਸੇ ਨੂੰ ਕੁਛ ਦਿਖਾਈ ਦੇ ਰਿਹਾ ਹੈ, ਕਿਸੇ ਨੂੰ ਕੁਛ। ਸੰਸਾਰ ਤੇ ਇੱਕੋ ਹੀ ਹੈ। ਕਿਸੇ ਨੂੰ ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ। ਉਹਦਾ ਆਵਰਣ ਪਰਦਾ ਹਟ ਗਿਆ, ਸ਼ੀਸ਼ਾ ਸਾਫ਼ ਹੋ ਗਿਆ, ਉਹਨੂੰ ਸੰਸਾਰ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਪੜਦਾ ਹੀ ਨਹੀਂ ਰਿਹਾ, ਆਵਰਣ ਹੀ ਨਹੀਂ ਰਿਹਾ। ਆਵਰਣ ਦੁਆਰਾ ਸੰਸਾਰ ਦੇਖਿਆ ਜਾਂਦਾ ਹੈ। ਤੇ ਵੱਖ ਵੱਖ ਆਵਰਣ ਹੈ ਹਰ ਇੱਕ ਦੇ ਉੱਪਰ, ਜੋਤੀ ਦੇ ਉੱਪਰ। ਧੁੰਦਲੀ ਹੋ ਗਈ ਹੈ ਤੁਹਾਡੀ, ਪ੍ਰਕਾਸ਼ ਧੁੰਦਲਾ ਬਾਹਰ ਸੰਸਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਵਾਸਤਵਿਕ ਨਹੀਂ ਹੈ। ਇਸੇ ਕਰਕੇ ਵਾਸਤਵਿਕ ਨਹੀਂ ਹੈ,
ਕਿਉਂਕਿ ਆਵਰਣ ਦੁਆਰਾ, ਵਿਚਾਰਾਂ ਰੂਪ ਪਰਦੇ ਦੁਆਰਾ ਤੁਸੀਂ ਸੰਸਾਰ ਦੇਖ ਰਹੇ ਹੋ। ਇੱਦਾਂ ਕਹਿ ਸਕਦੇ ਹੋ, ਤੁਸੀਂ ਸੋਚ ਸੋਚ ਕੇ ਦੇਖਦੇ ਹੋ, ਜੋ ਦੇਖਣਾ ਚਾਹੁੰਦੇ ਹੋ ਉਹ ਦੇਖਦੇ ਹੋ, ਤੇ ਵੈਸਾ ਦਿਖਾਈ ਦਿੰਦਾ। ਉਹ ਪੜਦਾ ਹੈ। ਵਿਚਾਰਾਂ ਰੂਪੀ ਪਰਦੇ ਨੂੰ ਹਟਾਉਣਾ ਹੈ, ਆਵਰਣ ਨੂੰ ਹਟਾਉਣਾ ਹੈ, ਉਹ ਕੂੜ ਦੀ ਕੰਧ ਨੂੰ ਤੋੜਨਾ ਹੈ। ਤੇ ਜਦੋਂ ਉਹ ਟੁੱਟ ਜਾਵੇਗੀ, ਆਵਰਣ ਹਟ ਜਾਵੇਗਾ, ਪਰਦਾ ਹਟ ਜਾਵੇਗਾ, ਸ਼ੀਸ਼ਾ ਸਾਫ਼ ਹੋ ਜਾਵੇਗਾ, ਮੈਲ ਹਟ ਜਾਵੇਗੀ, ਉਹ ਜੋ ਜਨਮਾਂ ਜਮਾਂਤਰਾਂ ਦੀ ਲੱਗੀ ਹੋਈ, ਤੇ ਫਿਰ ਉਸ ਮੂਲ ਦਾ ਪਤਾ ਲੱਗਦਾ ਹੈ। ਫਿਰ ਸਾਫ਼ ਸਾਫ਼ ਦਿਖਾਈ ਦਿੰਦਾ ਹੈ ਜੋ ਹੈ, ਜੈਸਾ ਹੈ। ਤੇ ਜਿਨ੍ਹਾਂ ਨੂੰ ਸਾਫ਼ ਦਿਖਾਈ ਦਿੱਤਾ ਹੈ ਨਾ, ਉਹਨਾਂ ਨੇ ਕਿਹਾ ਹੈ, ਕਹਿ ਭੀਖਨ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋ। ਉਹਨਾਂ ਦਾ ਪਰਦਾ ਹਟ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਦਾ ਪਰਦਾ ਹਟ ਗਿਆ। ਉਹਨਾਂ ਨੂੰ ਗੋਬਿੰਦ ਦਿਖਾਈ ਦੇ ਰਿਹਾ, ਸੰਸਾਰ ਨਹੀਂ ਦਿਖਾਈ ਦੇ ਰਿਹਾ, ਪਰਮਾਤਮਾ ਦਿਖਾਈ ਦੇ ਰਿਹਾ। ਤੇ ਇਹ ਪਰਦਾ ਹਟਾਉਣਾ ਹੈ, ਜਾਂ ਕਹਿ ਲਈਏ ਮੈਲ ਸਾਫ਼ ਕਰਨੀ ਹੈ। ਫਿਰ ਖਿਆਲ ਵਿੱਚ ਰੱਖੋ, ਅਸ਼ੁਭ ਕਰਮਾਂ ਕਰਕੇ ਤੇ ਮੈਲ ਲੱਗਦੀ ਹੈ, ਬਹੁਤ ਲੱਗਦੀ ਹੈ, ਕਾਲਾ ਹੋ ਜਾਂਦਾ ਹੈ। ਤੇ ਅਸ਼ੁਭ ਛੱਡਣੇ ਹਨ, ਫਿਰ ਸ਼ੁਭ ਕਰਨੇ ਹਨ। ਤੇ ਸ਼ੁਭ ਕਰਮਾਂ ਦੇ ਨਾਲ ਮੋਹ ਨਹੀਂ ਪਾਉਣਾ, ਇਕੱਤਰ ਨਹੀਂ ਕਰਨੇ, ਉਹ ਪ੍ਰਮਾਤਮਾ ਨੂੰ ਸਮਰਪਿਤ ਕਰਦੇ ਰਹਿਣਾ, ਆਪ ਵਿੱਚੋਂ ਨਿਕਲ ਜਾਣਾ ਹੈ। ਕਰਤਾ ਭਾਵ ਮਜ਼ਬੂਤ ਨਹੀਂ ਕਰਨਾ, ਹੰਕਾਰ ਨਹੀਂ ਬਣਾਉਣਾ, ਤਾਂ ਤੁਹਾਡਾ ਉਹ ਆਵਰਣ ਪਰਦਾ ਹਟਦਾ ਰਹੇਗਾ, ਸ਼ੀਸ਼ਾ ਸਾਫ਼ ਹੁੰਦਾ ਰਹੇਗਾ। ਜਿੰਨੀ ਮੈਂ ਮਜ਼ਬੂਤ ਹੋਵੇਗੀ, ਹੰਕਾਰ ਮਜ਼ਬੂਤ ਹੋਵੇਗਾ, ਓਨਾ ਹੀ ਪਰਦਾ ਮਜ਼ਬੂਤ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖੋ। ਕਈਆਂ ਦਾ ਅਸ਼ੁਭ ਕਰਮਾਂ ਕਰਕੇ ਪਰਦਾ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ। ਆਮ ਅਸ਼ੁਭ ਕਰਮ ਕਰਨ ਵਾਲਿਆਂ ਨਾਲੋਂ ਵੀ ਐਸਾ ਵੀ ਹੁੰਦਾ ਹੈ, ਖਿਆਲ ਵਿੱਚ ਰੱਖਿਓ। ਇਹ ਬਹੁਤ ਸੂਖਸ਼ਮ ਮਾਰਗ ਹੈ। ਸਿਰਫ ਸੁਣ ਪੜ੍ਹ ਕੇ ਸਮਝ ਵਿੱਚ ਨਹੀਂ ਆਵੇਗਾ, ਤੇ ਦੂਸਰਿਆਂ ਨੂੰ ਉਪਦੇਸ਼ ਨਾ ਦਿਆ ਕਰੋ ਬਹੁਤਾ। ਪਹਿਲਾਂ ਆਪ ਕਮਾਓ, ਪਹਿਲਾਂ ਜਾਣੋ, ਤੁਹਾਨੂੰ ਅਨੁਭਵ ਹੋਵੇਗਾ, ਤੇ ਆਪਣੇ ਆਪ ਹੀ ਫਿਰ ਦੂਸਰਿਆਂ ਦਾ ਵੀ ਭਲਾ ਹੋਵੇਗਾ। ਤੁਹਾਨੂੰ ਦੇਖ ਕੇ ਹੀ ਹੋਵੇਗਾ, ਕਹਿਣ ਦੀ ਵੀ ਨਹੀਂ ਲੋੜ। ਤੇ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰੀਦਾ ਹੁੰਦਾ। ਪਹਿਲਾਂ ਆਪਣੇ ਅੰਦਰ ਜਾਓ, ਆਪਣੇ ਆਪ ਨੂੰ ਜਾਣੋ, ਆਪਣੇ ਮੂਲ ਨੂੰ ਪਛਾਣੋ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣੋ।